ਅੱਲਾਹ ਤਾਲਾ ਨੂੰ ਜਾਨ ਦੇਣੀ ਹੈ ਤੁਸੀਂ ਕਿ ਨਹੀਂ ਦੇਣੀ, ਇਹ ਤੁਹਾਡਾ ਕੋਈ ਤਰੀਕਾ ਹੈ। ਜਿਹੜੇ ਨਾਮ ਤੇ ਤੁਸੀਂ ਮੇਰੇ ਕੋਲੋਂ ਟੋਕਨ ਲਿਆ ਪਲਾਟ ਦਾ, ਆ ਮੈਂ ਫਰਦ ਕਢਵਾਈਏ ਤਾਂ ਕਿਸੇ ਹੋਰ ਬੰਦੇ ਦੇ ਨਾਮ ਤੇ ਬੋਲ ਰਹੀ ਹੈ। ਜਿਹਦਾ ਨਾਮ ਤੁਸੀਂ ਦੱਸਿਆ ਉਹ ਤਾਂ ਇਸ ਬੰਦੇ ਦੇ ਨਾਮ ਤੇ ਪਲਾਟ ਹੀ ਨਹੀਂ ਹੈਗਾ। ਚਲੋ ਤੁਸੀਂ ਪਰੇਸ਼ਾਨ ਨਾ ਹੋਵੋ ਤੇ ਗੁੱਸਾ ਨਾ ਕਰੋ, ਮੈਂ ਪਟਵਾਰੀ ਦੇ ਨਾਲ ਗੱਲ ਕਰਕੇ ਤੁਹਾਨੂੰ ਦੱਸਦਾ ਵਾਂ। ਕੱਲ ਤੱਕ ਮੈਨੂੰ ਮੇਰਾ ਟੋਕਨ ਵਾਪਸ ਮਿਲਣਾ ਚਾਹੀਦਾ, ਮੈਂ ਤੁਹਾਨੂੰ ਦੱਸ ਰਿਹਾ। ਡਾਕੂਮੈਂਟ ਫੜ ਆਪਣੇ। ਉਫ, ਕੁਛ ਨਹੀਂ ਹੋ ਸਕਦਾ ਇਸ ਮੁਆਸ਼ਰੇ ਦਾ। ਕੀ ਹੋਇਆ ਇੰਨਾ ਪਰੇਸ਼ਾਨੀ ਕਾਦੀ? ਪਰੇਸ਼ਾਨੀ ਭਾਜੀ ਇਹ ਕਿ ਜਿਹੜਾ ਪਲਾਟ ਲੈਣ ਦੀ ਕੋਸ਼ਿਸ਼ ਕਰ ਰਹੇ ਸੀ, ਟੋਕਨ ਮੈਂ ਦੇ ਦਿੱਤਾ ਸੀਗਾ। ਹਾਂ। ਤੇ ਅੱਜ ਮੈਂ ਉਹਦੇ ਕੋਲ ਡਾਕੂਮੈਂਟਸ ਮੰਗਵਾਏ ਹੋਏ ਸੀਗੇ। ਹਾਂ। ਆਪਣੇ ਲਈ ਡਾਕੂਮੈਂਟ ਲੈ ਕੇ ਆਇਆ, ਲੇਕਿਨ ਜਿਹੜੀ ਮੈਂ ਫਰਦ ਕਢਵਾਈ ਹੋਈ ਸੀ ਹਾਂ। ਉਹ ਫਰਦ ਤੇ ਉਹ ਬੰਦੇ ਦਾ ਨਾਮ ਹੀ ਨਹੀਂ ਬੋਲਣ ਡਿਆ ਜਿਹਦੇ ਨਾਲ ਮੈਂ ਸ਼ੋਅ ਕਰ ਰਿਹਾ ਸੀ ਕਿ ਪਲਾਟ ਹੈਗਾ, ਮਾਲਕ ਹੀ ਕੋਈ ਹੋਰ ਹੈ। ਲਓ ਜੀ। ਹੁਣ ਮੈਂ ਕਹਿ ਕੇ ਆਇਆ, ਮੈਂ ਕਿਹਾ ਕੱਲ ਨੂੰ ਟੋਕਨ ਮੈਨੂੰ ਮੇਰਾ ਹਰ ਸੂਰਤ 'ਚ ਨਾ ਵਾਪਸ ਚਾਹੀਦਾ ਤੇਰੇ ਕੋਲ। ਤੇਰੇ ਨਾਲ 2 ਨੰਬਰ ਬੰਦੇ ਨਾਲ ਡੀਲ ਸਾਡੀ ਹੋ ਹੀ ਨਹੀਂ ਸਕਦੀ। ਉਹ ਅਸਲ 'ਚ ਨਾ ਅੱਜ ਦੇ ਇਨਸਾਨ ਦਾ ਨਾ ਪ੍ਰੋਬਲਮ ਹੀ ਇਹ ਹੈ ਕਿ ਉਹ ਨਾ ਅਸਲ 'ਚ ਮਜ਼ਹਬ ਤੋਂ ਦੂਰ ਹੋ ਗਿਆ। ਜਦ ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਗੱਲ ਕਹਿਤੀ ਕਿ ਬਈ ਲੈਣ ਦੇਣ 'ਚ ਮਾਮਲਾ ਕਰ ਲਿਆ ਕਰੋ, ਲਿਖ ਲਿਆ ਕਰੋ ਇਸ ਗੱਲ ਨੂੰ, ਤੇ ਫਿਰ ਉਸ ਤੋਂ ਅੱਗੇ ਕੀ ਗੱਲ ਰਹਿ ਗਈ ਹੈ? ਫਿਰ ਜਿਹੜੇ ਫਰਾਡ ਵਾਲੇ ਬੰਦੇ ਆ ਨਾ, ਉਹਨਾਂ ਦਾ ਸ਼ਿਕਾਰ ਹੀ ਪਸੰਦੀਦਾ ਉਹ ਹੁੰਦਾ ਹੈ ਜਿਹੜਾ ਬਿਲਕੁਲ ਮਜ਼ਹਬ ਤੋਂ ਦੂਰ ਹੈ ਜਾਂ ਲਾਗਰਜ਼ ਜਿਹਾ ਬੰਦਾ ਹੈ ਜਾਂ ਗੱਲਾਂ ਨੂੰ ਬੌਦਰ ਨਹੀਂ ਕਰਦਾ। ਉਹਨਾਂ ਵਾਸਤੇ ਬਹੁਤ ਮੁਸ਼ਕਿਲ ਸ਼ਿਕਾਰ ਉਹ ਆ ਜਿਹੜਾ ਬੰਦਾ ਵਾਲ ਦੀ ਖੱਲ ਲਾਉਂਦਾ ਆ, ਹਰ ਚੀਜ਼ ਇੱਕ ਇੱਕ ਪੁਣ ਛਾਣ ਕੇ ਲੈਂਦਾ ਹੈ। ਉਹਨਾਂ ਵਾਸਤੇ ਮੁਸ਼ਕਿਲ ਆਦਮੀ ਹੈ ਡਾਕੂਮੈਂਟਸ ਵਾਲਾ ਬੰਦਾ। ਡਾਕੂਮੈਂਟਸ ਵਾਲਾ ਬੰਦਾ ਉਹ ਉਹਨਾਂ ਨੂੰ ਕਦੀ ਵੀ ਅੱਛਾ ਨਹੀਂ ਲੱਗਦਾ। ਇਹ ਜਿੰਨੇ ਫਰਾਡੀਏ ਹੁੰਦੇ ਨੇ, ਜਿੰਨੇ ਲੋਕ ਗਲਤ ਕੰਮ ਕਰਕੇ ਪੈਸਾ ਹੱਥੇ ਹੁੰਦੇ ਨੇ, ਉਹਨਾਂ ਦੇ ਸ਼ਿਕਾਰ ਹੀ ਉਹ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਮਜ਼ਹਬ ਤੋਂ ਦੂਰ ਨੇ ਜਾਂ ਲਿਖਤ ਪੜਤ ਨੂੰ ਉਹ ਐਵੇਂ ਸਮਝਦੇ ਆ। ਮਤਲਬ ਕਿ ਗੱਲ ਇਹ ਕਿੰਨੇ ਕੇਸਿਸ ਦੇਖਣ ਚ ਆਏ ਆ ਕਿ ਲੋਕ 8-8 10 ਸਾਲ ਬਾਅਦ ਆਏ ਨੇ ਸਾਊਦੀ ਅਰਬ ਤੋਂ ਵਾਪਸ। ਉਹ ਉੱਥੇ ਭਾਈ ਨੂੰ ਪੈਸੇ ਭੇਜੀ ਗਏ, ਭਾਈ ਪਿੱਛੇ ਕਹੀ ਗਿਆ ਜੀ ਆ ਵੀ ਲੈ ਲਿਆ ਤੇ ਆ ਵੀ ਕਰ ਲਿਆ ਤੇ ਆ ਵੀ ਕਰ ਲਿਆ, ਆ ਵੀ ਕਰ ਲਿਆ। ਉਸ ਤੋਂ ਬਾਅਦ 10 ਸਾਲ ਬਾਅਦ ਉਹਨੇ ਕਿਹਾ ਯਾਰ ਚਲੋ ਹੁਣ ਤਾਂ ਮੇਰਾ ਸਿੱਧਾ ਹੋ ਗਿਆ, ਹੁਣ ਮੈਂ ਪਾਕਿਸਤਾਨ ਜਾ ਕੇ ਆਪਣੀ ਜ਼ਿੰਦਗੀ ਜ਼ਰਾ ਅੱਛੀ ਗੁਜ਼ਾਰਦਾ ਹਾਂ। ਲੇਕਿਨ ਉਹ ਜਿਲੇ ਵਾਪਸ ਇੱਥੇ ਆਇਆ ਤੇ ਉਹਨੇ ਜਨਾਬ ਆ ਇੱਧਰ ਲੱਗ ਗਿਆ, ਇੱਧਰ ਲੱਗ ਗਿਆ, ਇੱਧਰ ਲਾ ਕੇ ਪੂਰੇ ਕਰਾ ਕੇ ਤਾਂ ਉਹਨੂੰ ਫੜਾਤੇ। ਸਿਰਫ ਕੀ ਵਜ੍ਹਾ ਬਣੀ ਕਿ ਉਹਨੇ ਉਹਦੇ ਨਾਲ ਇਹ ਨਹੀਂ ਕੀਤਾ ਕਿ ਯਾਰ 5 ਲੱਖ ਮੈਂ ਭੇਜਣ ਡਿਆ, ਇਹ 5 ਲੱਖ ਤੈਨੂੰ ਆ ਗਿਆ, ਹੁਣ ਤੂੰ ਮੈਨੂੰ ਕੱਲੀ ਕੱਲੀ ਗੱਲ ਦੱਸ ਕਿ ਉਹ 5 ਲੱਖ ਕਿੱਥੇ ਲੱਗਾ। ਠੀਕ ਹੈ। ਇਸ ਵਾਸਤੇ ਜ਼ਿੰਦਗੀ ਦੇ ਜਿੰਨੇ ਮਾਮਲਾਤ ਨੇ ਲੈਣ ਦੇਣ ਦੇ, ਉਹਦੇ ਵਿੱਚ ਲਿਖਤ ਪੜਤ ਬਹੁਤ ਜ਼ਰੂਰੀ ਹੈ। ਉਹ ਪੰਜਾਬੀ ਦੀ ਮਿਸਾਲ ਹੈ ਕਿ ਲੇਖਾਂ ਮਾਵਾਂ ਧੀਆਂ ਦਾ ਹੋਣਾ ਚਾਹੀਦਾ ਹੈ। ਉਹ ਭਰਾ ਨਾਲ ਵੀ ਤੁਸੀਂ ਕੋਈ ਲੈਣਾ ਦੇਣਾ ਆ ਤੇ ਉਹਦੀ ਤੁਸੀਂ ਲਿਖਤ ਪੜਤ ਜ਼ਰੂਰ ਕਰੋ। ਯੈਸ ਆ ਵਾਕਿਆ ਇੱਕ ਪਿਛਲੇ ਦਿਨਾਂ 'ਚ ਹੋਇਆ। ਮੈਂ ਵੀ ਭਾਜੀ ਇਸੇ ਲਈ ਕੌਨਸ਼ੀਅਸ ਹੋਇਆ ਸੀਗਾ ਤੇ ਮੈਂ ਫਰਦ ਕਢਵਾ ਲਈ। ਆ ਪਿਛਲੇ ਦਿਨਾਂ 'ਚ ਇੱਥੇ ਆਪਣੇ ਸ਼ਹਿਰ ਦਾ ਹੀ ਇੱਕ ਮਾਮਲਾ, ਬੜੇ ਕਲੋਜ਼ ਫਰੈਂਡਸ ਨੇ 2। ਅੱਜ ਜਿੱਦਾਂ ਤੁਸੀਂ ਬਾਹਰ ਦੀ ਮਿਸਾਲ ਦੇ ਰਹੇ ਹੋ, ਤੇ ਉਹ ਦੋਸਤ ਮਤਲਬ ਕੋਈ 15-20 ਸਾਲ ਤੋਂ ਇਕੱਠੇ ਰਹਿ ਰਹੇ ਸਨ। ਤੇ ਇੱਕ ਦੋਸਤ ਜਿਹੜਾ ਹੈ ਉਹਦੀ ਵਿਰਾਸਤ ਦੀ ਕੋਈ ਤਕਸੀਮ ਹੋਈ, ਉਹਨੂੰ ਵਿਚਾਰੇ ਨੂੰ ਕੋਈ ਹਿੱਸਾ 30-35 ਲੱਖ ਰੁਪਈਆ ਆਇਆ। ਉਹਨੇ ਕਿਹਾ ਚਲੋ ਮੇਰਾ ਇੰਨਾ ਇਹਦੇ ਨਾਲ ਬਹਿਣ ਉੱਠਣਾ, ਮੇਰਾ ਬਚਪਨ ਦਾ ਦੋਸਤ ਆ। ਉਹਨੇ ਉਹਦਾ ਸ਼ੇਅਰ ਕੀਤਾ ਕਿ ਯਾਰ ਮੇਰੀ ਵਿਰਾਸਤ 'ਚੋਂ ਮੈਨੂੰ 30 ਲੱਖ ਰੁਪਈਆ ਆਣ ਡਿਆ ਤੇ ਕੋਈ ਮੈਨੂੰ ਮਕਾਨ ਦੇਖ ਦੇ। ਉਹ ਪ੍ਰਾਪਰਟੀ ਡੀਲਰ ਸੀ ਦੋਸਤ ਉਹਦਾ, ਤੇ ਮੈਂ ਤਾਂ ਕਿ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਇੱਜ਼ਤ ਨਾਲ ਸ਼ਿਫਟ ਹੋ ਜਾਵਾਂ। ਉਹਨੇ ਕਹਿੰਦਾ ਠੀਕ ਹੈ ਜੀ, ਹੋ ਜਾਂਦਾ, ਕੋਈ ਮਸਲਾ ਨਹੀਂ, ਪਲਾਟ ਮੈਂ ਤੈਨੂੰ ਦੇਖ ਦਿੰਨਾ। ਉਹਨੇ ਜੀ ਕੋਈ ਮਕਾਨ ਵੇਖਿਆ ਆਪਣੇ ਇਲਾਕੇ 'ਚ, ਦੋਸਤ ਨੂੰ ਕਾਲ ਕੀਤੀ ਕਿ ਆ ਜਾ ਮੈਂ ਤੇਰੇ ਲਈ ਸੌਦਾ ਵੇਖਿਆ। ਤੇ ਨਾਲ ਇਹ ਵੀ ਕਹਿ ਰਿਹਾ, ਕਹਿੰਦਾ ਇਹ ਮਕਾਨ ਜਿਹੜਾ 40 ਲੱਖ ਦਾ ਹੈ, ਲੇਕਿਨ ਔਰਤ ਜ਼ਰੂਰਤਮੰਦ ਹੈ ਤੇ ਇਸ ਲਈ 30 ਲੱਖ 'ਚ ਸਾਨੂੰ ਸੌਦਾ ਮਿਲ ਜੀ ਗਾਹਕ ਨੂੰ ਘੇਰਿਆ ਪੂਰਾ। ਤੇ ਉਹਨੇ ਦੋਸਤ ਗਿਆ, ਉਹਨੇ ਜਾ ਕੇ ਪਲਾਟ ਵੇਖਿਆ ਤੇ ਖਾਤੂਨ ਵੀ ਉੱਥੇ ਹੈ ਜਿਹੜੀ ਉਹ ਸਾਰਾ ਘਰ ਵਿਖਾ ਰਹੀ ਕਿ ਆ ਕਮਰਾ ਜੀ ਇੰਨੀ ਜਗ੍ਹਾ ਹੈ ਪੂਰੀ। ਉਹਨੇ ਗੱਲਬਾਤ ਵੀ ਕੀਤੀ ਕਿ ਵਸਦਾ ਘਰ ਆ ਜੀ, ਬਿਲਕੁਲ। ਤੇ ਇਹਨੇ ਉਹ ਦੋਸਤ ਤੇ ਭਰੋਸਾ ਕਰਕੇ ਦੋਸਤ ਨੂੰ ਪੇਮੈਂਟ ਦੇਤੀ। ਇਹਨੇ 2 ਦਿਨ ਬਾਅਦ ਪੇਮੈਂਟ ਦਾ ਟਾਈਮ ਹੋਏਗਾ, ਉਹ 30 ਲੱਖ ਰੁਪਏ ਉਹਨੂੰ ਦਿੱਤਾ ਹੈ। ਤੇ 2-4 ਦਿਨ ਇੰਤਜ਼ਾਰ ਕੀਤਾ, ਦੋਸਤ ਵੱਲੋਂ ਕੋਈ ਕਾਲ ਸ਼ੋਲ ਨਹੀਂ, ਕੋਈ ਰਾਬਤਾ ਨਹੀਂ। ਇਹਨੇ ਰਾਬਤਾ ਕੀਤਾ ਤੇ ਉਹਦਾ ਨੰਬਰ ਬੰਦ। ਥੋੜੀ ਜਿਹੀ ਰਿਸਰਚ ਕੀਤੀ ਤੇ ਪਤਾ ਲੱਗਾ ਕਿ ਉਹ ਤੇ ਫਰਾਡ ਕਰਕੇ ਆਪਣੀ ਦੋਸਤ ਨਾਲ ਨਿਕਲ ਗਿਆ। ਉਹ ਮਕਾਨ ਤੇ ਗਿਆ ਹੈ ਜਿੱਥੇ ਉਸ ਖਾਤੂਨ ਨੇ ਜਿਹੜਾ ਦਿਖਾਇਆ ਸੀ, ਤੇ ਉੱਥੇ ਤਾਲਾ ਲੱਗਾ। ਉਹ ਕਹਿੰਦੇ ਇੱਥੇ ਤੇ ਬੜੇ ਅਰਸੇ ਦਾ ਰਹਿੰਦਾ ਹੀ ਕੋਈ ਨਹੀਂ ਹੈਗਾ। ਤੇ ਯਾਨੀ ਉਹ ਬਾਅਦ ਚ ਤਹਿਕੀਕ ਨਾਲ ਸਾਬਤ ਹੋਇਆ ਕਿ ਜਿਹੜੀ ਔਰਤ ਸੀ ਉਹ ਵੀ ਪਲਾਂਟਡ ਸੀ। ਉਹ ਦੋਸਤ ਨੇ ਆਪਣੇ ਕੋਲੋਂ ਕੋਈ 5-10 ਹਜ਼ਾਰ ਦੇ ਕੇ ਉਸ ਔਰਤ ਨੂੰ ਉੱਥੋਂ ਬੇਵਾ ਸ਼ੋਅ ਕਰਕੇ ਉਹਨੂੰ ਬਿਠਾਤਾ ਮਾਲਕ ਬਣਾ ਕੇ। ਐਕਚੁਅਲੀ ਮਾਲਕ ਹੈ ਹੀ ਨਹੀਂ ਸੀ, ਮਕਾਨ ਕਿਸੇ ਦਾ, ਪੈਸਾ ਉਹਦਾ ਵਿਚਾਰੇ ਦਾ 30 ਲੱਖ, ਉਹਦੀ ਉਮਰ ਭਰ ਦੀ ਉਹ ਵਿਰਾਸਤ ਉਹਦੇ ਹਿੱਸੇ 'ਚ ਉਹੀ ਆਈ ਸੀ। ਸਾਰੀ ਜ਼ਿੰਦਗੀ ਆਪਣੇ ਬੱਚਿਆਂ ਨੂੰ ਲੈ ਕੇ ਹੁਣ ਕਿਰਾਇਆਂ ਤੇ ਬੈਠੇ। ਸਾਬਤ ਇਹ ਹੋਇਆ ਕਿ ਜੋ ਵੀ ਕਰਨਾ ਹੈ, ਜੋ ਲੈਣਾ ਦੇਣਾ ਆ, ਉਹ ਫਿਜ਼ੀਕਲੀ ਆਪ ਜਾ ਕੇ ਦੇਖੋ ਜੀ, ਆਪ ਉਹਦੇ ਸਾਰੇ ਕਾਗਜ਼ਾਤ ਦੇਖੋ, ਆਪ ਉਸ ਚੀਜ਼ ਨੂੰ ਦੇਖੋ। ਇਹ ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਨੇ ਵਿੱਚ ਜਿਹੜੇ ਲੋਕ ਪੈਂਦੇ ਨੇ ਜਾਂ ਇੱਧਰ ਉੱਧਰ, ਫਿਰ ਉਹ 'ਚ ਚਾਂਸ ਬਣ ਜਾਂਦਾ ਹੈ
ਕਿ ਕਿਤੇ ਫਰਾਡ ਨਾ ਹੋ ਜਾਵੇ। ਅੱਲਾਹ ਪਾਕ ਸਭ ਨੂੰ ਮਹਿਫੂਜ਼ ਰੱਖੇ। ਬਿਲਕੁਲ ਬਿਲਕੁਲ। ਮੇਰੇ ਇੱਕ ਦੋਸਤ ਨੇ ਹਾਂਜੀ ਉਹਨਾਂ ਨੇ ਮੈਨੂੰ ਬੜੇ ਸ਼ੁਰੂ ਜਦੋਂ ਅਸੀਂ ਕਾਰੋਬਾਰ ਸ਼ੁਰੂ ਕੀਤਾ ਸੀ ਨਾ, ਹਾਂਜੀ ਤੇ ਉਦੋਂ ਹੀ ਮੈਨੂੰ ਉਹਨਾਂ ਨੇ ਇੱਕ ਟਿਪ ਦਿੱਤੀ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਸ਼ਫਾਕ, ਇੱਕ ਤੇ ਜਦੋਂ ਕਾਰੋਬਾਰ ਕਰਨਾ ਹੈ ਨਾ, ਠੀਕ ਹੈ, ਤੇ ਆਪਣੇ ਕਾਰੋਬਾਰ 'ਚ ਕਦੀ ਵੀ ਤੁਹਾਡੇ ਜਿਹੜੇ ਐਕਸਪੈਂਸਿਸ ਨੇ ਉਹ ਤੁਹਾਡੀ ਇਨਕਮ ਨਾਲੋਂ ਨਹੀਂ ਵਧਣੇ ਚਾਹੀਦੇ। ਬਿਲਕੁਲ ਠੀਕ ਹੈ। ਦੂਜੀ ਗੱਲ ਉਹਨਾਂ ਨੇ ਮੈਨੂੰ ਨਾਲ ਇਹ ਕਹੀ ਸੀ ਕਿ ਕਦੀ ਜ਼ਿੰਦਗੀ 'ਚ ਗਿੱਲੀ ਥਾਂ ਤੇ ਪੈਰ ਨਹੀਂ ਰੱਖਣਾ। ਵਾਹ 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 ਵਾਹ। ਉਹ ਦੋ ਚੀਜ਼ਾਂ ਆਪਣੇ ਪੱਲੇ ਨਾਲ ਬੰਨੀਆਂ, ਨਾ ਤੇ ਆਪਣੇ ਐਕਸਪੈਂਸਿਸ ਨੂੰ ਆਪਣੀ ਇਨਕਮ ਤੋਂ ਵਧਣ ਦਿੱਤਾ, ਵਾਹ। ਦੂਸਰਾ ਜਿੱਥੇ ਇੱਕ ਇਹਤਿਆਤ ਦੀ ਜ਼ਰੂਰਤ ਹੈ ਉੱਥੇ 1 2 3 ਇਹਤਿਆਤਾਂ ਕਰ ਲਈਆਂ। ਵਾਹ ਵਾਹ। ਆਪਣੇ ਵੱਲੋਂ ਹੱਦ ਤੋਂ ਇਮਕਾਨ ਜਿੰਨੀ ਕਿ ਇੱਕ ਇਨਸਾਨ ਕਰ ਸਕਦਾ, ਇਨਸਾਨੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਕਿਸੇ ਵੀ ਟ੍ਰੈਪ 'ਚ ਆਉਣ 'ਚੋਂ ਬਚਿਆ ਜਾਵੇ। ਭਾਜੀ ਇਹ ਸੋਨੇ ਵਾਲੇ ਮਾਮਲਾਤ ਵੀ ਹੁੰਦੇ ਨੇ, ਜੀ 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 ਜੀ, ਇਹਦੇ ਬਾਰੇ ਵੀ ਕਿਹਾ ਜਾਂਦਾ ਹੈ ਕਿ ਰਸੀਦ ਤੋਂ ਬਗੈਰ ਜੀ ਜੀ ਜੀ, ਬਿਲਕੁਲ ਨਹੀਂ ਲੈਣਾ ਚਾਹੀਦਾ। ਸੋਨਾ ਲਵੋ, ਉਹਦਾ ਵਜ਼ਨ, ਉਹਦੀ ਉਸ ਦੀ ਕੀਮਤ, ਉਹਦੀ ਕਾਟ, ਜੋ ਵੀ ਮਾਮਲਾਤ ਟੈਕਨੀਕਲੀ ਸੁਨਿਆਰਿਆਂ ਦੇ ਹੁੰਦੇ ਆ, ਉਹ ਬਿਲਕੁਲ ਲਿਖਾਉਣੇ ਚਾਹੀਦੇ ਨੇ ਉੱਤੇ, ਤਾਂ ਕਿ ਤੁਸੀਂ ਕੱਲ ਨੂੰ ਅੱਲਾ ਮਾਫ ਕਰੇ ਕਿਸੇ ਨੂੰ ਵੀ ਜ਼ਰੂਰਤ ਐਸੀ ਨਹੀਂ ਪੈਣੀ ਚਾਹੀਦੀ। ਲੇਕਿਨ ਅਗਰ ਖੁਦਾ ਨਾ ਖਾਸਾ ਜ਼ਰੂਰਤ ਪੈ ਗਈ ਹੈ ਤਾਂ ਤੁਸੀਂ ਕਮ ਸੇ ਕਮ ਤੁਹਾਡੇ ਕੋਲ ਸਬੂਤ ਹੋਣਾ ਚਾਹੀਦਾ ਕਿ ਯਾਰ ਮੈਂ ਤੁਹਾਡੇ ਕੋਲੋਂ ਲਿਆ ਸੀ, ਇੰਨਾ ਵਜ਼ਨ ਸੀਗਾ ਤੇ ਇਹ ਤੇ ਉਹ। ਅਗਰ ਉਹਦਾ ਕੋਈ ਸਬੂਤ ਹੀ ਨਾ ਹੋਏਗਾ ਤੇ ਅੱਗੇ ਤੁਹਾਨੂੰ ਦੂਸਰੀ ਦੁਕਾਨ ਤੇ ਜਾਂਦੇ ਹੋ ਤੇ ਉੱਥੇ ਫਰਾਡੀਆ ਸੁਨਿਆਰਾ ਬੈਠਾ ਆ ਤੇ ਉਹ ਤੁਹਾਡਾ ਉਹਦਾ ਅੱਧਾ ਰੇਟ ਲਾ ਦੇਵੇ, ਜਾਂ ਕਵੇ ਇੰਨਾ ਵਜ਼ਨ ਆ, ਜਾਂ ਕਿਸੇ ਕਿਸਮ ਦਾ ਕੋਈ ਫਰਾਡ ਕਰ ਲਵੇ। ਹਾਂਜੀ, ਉਹਦਾ ਤਾਂ ਇੱਕ ਇਹ ਵੀ ਸਮਝਿਆ ਜਾਂਦਾ ਨਾ ਕਿ ਜਦੋਂ ਤੁਸੀਂ ਨਾਲ ਰਸੀਦ ਨਹੀਂ ਚੀਜ਼ ਦੀ ਲੈ ਕੇ ਜਾਂਦੇ ਤੇ ਪ੍ਰੂਫ ਹੀ ਨਹੀਂ ਹੁੰਦਾ ਤੁਹਾਡੇ ਕੋਲ ਕਿ ਤੁਸੀਂ ਚੋਰੀ ਕੀਤਾ ਹੈ, ਕਿਉਂਕਿ ਚੀਜ਼ ਤੇ ਛੋਟੀ ਜੀ ਹੈ ਨਾ ਤੁਸੀਂ ਚੁੱਕੀ, ਕਿ ਇਹ ਤੁਸੀਂ ਵਾਕਈ ਸੋਨਾ ਹੈ ਵੀ ਤੁਹਾਡਾ ਜਾਂ ਤੁਸੀਂ ਕਿਤੇ ਚੁੱਕ ਕੇ ਵੇਚਣ ਆ ਰਹੇ ਹੋ। ਜੀ ਜੀ ਬਿਲਕੁਲ। ਤੇ ਉਸ ਟ੍ਰੈਪ ਨੂੰ ਵੀ ਰੋਕਣ ਲਈ, ਔਰ ਮੇਰਾ ਖਿਆਲ ਸਭ ਨੂੰ ਜ਼ਿਆਦਾ ਭਾਜੀ ਜਿਹੜੇ 2 ਨੰਬਰੀਆਂ ਹੁੰਦੀਆਂ ਨੇ ਉਹ ਆ ਜਾਇਦਾਦ ਵਾਲੇ ਮਾਮਲਾਤ ਜਿਹੜੇ ਨੇ, ਪ੍ਰਾਪਰਟੀ ਦੇ, ਇਹ ਸੋਨੇ ਵਾਲੇ ਜ਼ੇਵਰਾਤ ਦੇ ਮਾਮਲਾਤ ਤੇ ਗੱਡੀਆਂ ਦੇ ਲੈਣ ਦੇਣ ਜਿਹੜੇ। ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਇਹਨਾਂ 'ਚ ਜ਼ਿਆਦਾ ਉੱਲਾ ਹੈ। ਐਗਜ਼ੈਕਟਲੀ। ਤੇ ਇਸ ਲਈ ਫਿਰ ਨਤੀਜਾ ਇਹੀ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੇ ਕੋਈ ਵੀ ਮਾਮਲਾਤ ਕਰਨੇ ਨੇ, ਉਹਦੇ 'ਚ ਇੱਕ ਤੇ ਦਿਨ 'ਚ ਇਹ ਰੱਖੋ ਕਿ ਗਿੱਲੀ ਥਾਂ ਤੇ ਪੈਰ ਨਹੀਂ ਰੱਖਣਾ। ਫਿਰ ਉਸ ਤੋਂ ਬਾਅਦ 1 ਵਾਰੀ ਰਿਸਰਚ ਕਰੋ, 2 ਵਾਰ ਰਿਸਰਚ ਕਰੋ, 3 ਵਾਰੀ ਕਰੋ, ਟਾਈਮ ਲੈ ਲਓ, 2 ਦਿਨ ਦਾ 4 ਦਿਨ ਦਾ ਟਾਈਮ ਲੈ ਲਓ, ਪੂਰੀ ਤਰ੍ਹਾਂ ਪਰਖੋ। ਜਦੋਂ ਤੁਹਾਨੂੰ ਕਾਨੂੰਨੀ ਮਾਮਲਾਤ, ਕਾਗਜ਼ਾਤ ਦੇ ਮਾਮਲਾਤ ਔਰ ਤੁਹਾਡੇ ਦਿਲ ਦੀ ਤਸੱਲੀ ਕਿਸੇ ਹੋਰ ਕੋਲੋਂ ਵੀ ਵੈਰੀਫਾਈ ਕਰਵਾ ਲਓ, ਜਦੋਂ ਹਰ ਤਰਫੋਂ ਤੁਹਾਨੂੰ ਤਸੱਲੀ ਮਿਲ ਜਾਏ, ਉਸ ਤੋਂ ਬਾਅਦ ਪੈਸੇ ਦੇ ਲੈਣ ਦੇ ਨਾਲ ਨੂੰ ਤੁਰੋ। ਤੇ ਬੜੀ ਉਮੀਦ ਹੈ ਇਨਸ਼ਾਅੱਲਾ ਕਿ ਤੁਸੀਂ ਮਹਿਫੂਜ਼ ਰਹੋਗੇ।